COVID-19 ਦੇ ਜਿਹੜੇ ਕੱਲ੍ਹ ਮਾਮਲੇ ਰਿਪੋਰਟ ਹੋਏ, ਜੀ ਉਹਨਾਂ ਨੇ ਫਿਕਰਮੰਦੀ ਕਾਫੀ ਵਧਾ ਦਿੱਤੀ ਆ। ਕੱਲ੍ਹ ਇੱਕ ਸਮੇਂ 102 ਦੇਖੋ ਟੋਟਲ ਕੇਸਿਸ ਰਿਪੋਰਟ ਹੋਏ ਨੇ ਕੱਲ੍ਹ 72 ਘੰਟਿਆਂ ਦੇ। ਸੋ ਫਰਾਈਡੇ ਟੂ ਸੈਟਰਡੇ, ਸੈਟਰਡੇ ਟੂ ਸੰਡੇ, ਸੰਡੇ ਟੂ ਮੰਡੇ। ਹਾਂਜੀ ਅਤੇ ਜਿਨ੍ਹਾਂ ਦੇ ਵਿੱਚੋਂ ਅੱਧੇ ਜਿਹੜੇ ਮਾਮਲੇ ਸੀ ਉਹ ਫਰਾਈਡੇ ਟੂ ਸੈਟਰਡੇ ਦੇ ਵਿੱਚ 51 ਕੇਸਿਸ ਉਦੋਂ ਆਏ। ਫਿਰ ਕੱਲ੍ਹ ਨਾ ਡਿਊਰਿੰਗ ਦੈਟ ਪ੍ਰੈਸ ਕਾਨਫਰੰਸ ਕਿਸੇ ਇੱਕ ਰਿਪੋਰਟਰ ਨੇ ਪੁੱਛਿਆ ਡਾਕਟਰ ਬੋਨੀ ਹੈਨਰੀ ਨੂੰ ਕਿ ਫਰੋਮ 1 to 100 ਤੁਹਾਡਾ ਜਿਹੜਾ ਸਟਰੈਸ ਲੈਵਲ ਹੈ ਹੁਣ ਉਹ ਕਿੱਥੇ ਆ? ਅਤੇ ਡਾਕਟਰ ਬੋਨੀ ਹੈਨਰੀ ਨੇ ਜਵਾਬ ਦਿੱਤਾ, ਮਾਈ ਸਟਰੈਸ ਲੈਵਲ ਇਜ਼ ਐਟ 1 or 2। ਵੀ 100 ਚੋਂ 102 'ਤੇ, ਕਿਉਂਕਿ ਮਾਮਲਿਆਂ ਦੀ ਗਿਣਤੀ ਵੀ 102 ਸੀ। ਜਦੋਂ ਦੇ COVID-19 ਦੇ ਮਾਮਲੇ BC 'ਚ ਰਿਪੋਰਟ ਹੋਣੇ ਸ਼ੁਰੂ ਹੋਏ ਨੇ, ਆਈ ਬਿਲੀਵ ਇਹ ਵੈਸੋ ਪਹਿਲੀ ਵਾਰ ਆ ਕਿ ਭਾਵੇਂ ਇਹ 3 ਦਿਨਾਂ ਦੇ ਹੀ ਅੰਕੜੇ ਹੋਣ ਕਿ 100 ਤੋਂ ਉੱਪਰ ਗਿਣਤੀ ਟੱਪੀ ਆ। ਬਿਲਕੁਲ ਵਿਜੇ। ਅਤੇ ਜਿਹੜਾ ਫਰਾਈਡੇ ਟੂ ਸੈਟਰਡੇ ਦਾ ਹੈਗਾ 51 ਕੇਸਿਸ, ਕਿਉਂਕਿ ਅਸੀਂ ਬਾਰ-ਬਾਰ ਗੱਲ ਕਰਦੇ ਆਏ ਹਾਂ ਕਿ ਐਵਰੇਜ ਜਿਹੜੀ ਡੇਲੀ ਕੇਸਿਸ ਦੀ ਹੈਗੀ ਆ ਉਹ 21 'ਤੇ ਸੀਗੀ ਕਾਫੀ ਦੇਰ ਤੋਂ, ਅਤੇ 21 ਤੋਂ ਪਲੱਸ ਮਾਈਨਸ ਚੱਲ ਰਿਹਾ ਸੀ। ਪਰ 51 ਇਜ਼ ਅ ਸਟਾਰਕ ਰਾਈਜ਼ ਇਨ ਦੈਟ। ਅਤੇ ਸੈਟਰਡੇ ਸੰਡੇ ਕੇਸਿਸ ਜਿਹੜੇ ਨਵੇਂ ਆਏ ਉਹ ਸੀਗੇ 19, ਅਤੇ ਸੰਡੇ ਟੂ ਮੰਡੇ 32 ਨਵੇਂ ਕੇਸਿਸ ਸਾਹਮਣੇ ਆਏ। ਸੋ 3 ਦਿਨਾਂ ਦੀ ਜੇ ਐਵਰੇਜ ਲੈਣੀ ਹੋਵੇ 102 ਡਿਵਾਈਡਡ ਬਾਈ 3, 34 ਕੇਸ ਪਰ ਡੇ ਹੋ ਗਏ। 34 ਦੀ ਐਵਰੇਜ ਆ। ਫਿਰ ਡਾਕਟਰ ਬੋਨੀ ਹੈਨਰੀ ਨੇ ਇਹ ਕਿਹਾ ਵੀ ਹੁਣ ਅਸੀਂ ਬਿਲਕੁਲ ਟਿਪਿੰਗ ਪੁਆਇੰਟ 'ਤੇ ਹਾਂ, ਵੀ ਅਸੀਂ ਉਸ ਕਗਾਰ 'ਤੇ ਹਾਂ ਜਿੱਥੇ ਕਿ ਵਿਸਫੋਟਕ ਵਾਧਾ ਹੋ ਸਕਦਾ ਇਹਨਾਂ ਦੀ ਮਾਮਲਿਆਂ ਦੀ ਗਿਣਤੀ 'ਚ। ਦੇਖੋ ਵਾਸੂ, ਜਿਹੜਾ ਆਪਾਂ ਕਲੋਨਾ ਵਾਲੇ ਦੀ ਗੱਲ ਕਰਦੇ ਹਾਂ, ਜਦੋਂ ਉੱਥੇ ਇਨਫੈਕਸ਼ਨ ਫੈਲੀ ਸੀ, ਜਦੋਂ ਰਾਹਤਾਂ ਦਿੱਤੀਆਂ ਗਈਆਂ, ਉਹਨਾਂ ਰਾਹਤਾਂ ਦੇ ਚੱਲਦੇ ਲੋਕਾਂ ਨੇ ਘੁੰਮਣਾ ਫਿਰਨਾ ਸ਼ੁਰੂ ਕੀਤਾ। ਕਲੋਨਾ 'ਚੋਂ 6 ਜਣੇ ਇਨਫੈਕਟ ਹੋਏ ਸੀ, ਉਹਨਾਂ 6 ਤੋਂ 60 ਹੋ ਚੁੱਕੇ ਨੇ ਹੁਣ। ਅਤੇ ਹੁਣ ਜੇ 102 ਮਾਮਲੇ ਆਲਰੇਡੀ ਸਾਹਮਣੇ ਆ ਚੁੱਕੇ ਨੇ, ਅਤੇ ਇਹਦੇ ਵਿੱਚ ਵਾਸੂ ਕੋਈ ਮੇਰੇ ਖਿਆਲ ਅਤਕਥਨੀ ਨਹੀਂ ਹੋਏਗੀ ਇਸ ਅੰਦੇਸ਼ੇ ਦੇ ਵਿੱਚ, ਕਿਉਂਕਿ ਅਸੀਂ ਹੁਣ ਸਿੱਖ ਚੁੱਕੇ ਹਾਂ ਪਿਛਲੇ 6 ਮਹੀਨਿਆਂ 'ਚ ਵੀ COVID-19 ਕਿਵੇਂ ਫੈਲਦਾ, ਇਹਦਾ ਪਸਾਰ ਕਿਵੇਂ ਹੁੰਦਾ, ਕਿ ਆਉਂਦੇ ਹਫ਼ਤਿਆਂ ਦੇ ਵਿੱਚ ਜਿਹੜੀ ਮਾਮਲਿਆਂ ਦੀ ਗਿਣਤੀ ਆ ਇਹ ਬਹੁਤ ਵੱਡਾ ਉਛਾਲ ਲੈ ਸਕਦੀ ਆ। ਬਿਲਕੁਲ ਵਿਜੇ, ਕਿਉਂਕਿ ਕੱਲ੍ਹ ਸਿਰਫ ਨੰਬਰਸ ਹੀ ਜਾਰੀ ਨਹੀਂ ਕੀਤੇ ਗਏ, ਨਾਲ ਮਾਡਲਿੰਗ ਫਿਗਰਸ ਵੀ ਜਾਰੀ ਕੀਤੇ ਗਏ। ਅਤੇ ਉਸ ਮਾਡਲਿੰਗ ਜਿਹੜੇ ਅੰਕੜੇ ਸਾਹਮਣੇ ਆਏ ਜਿਹੜੇ, ਉਹਨਾਂ ਦੇ ਵਿੱਚ ਇੱਕ ਗੱਲ ਸਾਫ਼ ਹੋਈ ਆ ਕਿ ਜਦੋਂ ਵਿਜੇ COVID-19 ਸ਼ੁਰੂ ਹੀ ਹੋਇਆ ਸੀ, ਉਦੋਂ ਰਿਸਟ੍ਰਿਕਸ਼ਨਸ ਲੱਗਣ ਤੋਂ ਪਹਿਲਾਂ ਔਨ ਐਨ ਐਵਰੇਜ ਹਰ ਵਿਅਕਤੀ ਦੇ ਜਿਹੜੇ ਨੰਬਰ ਆਫ ਕੌਂਟੈਕਟ ਸੀਗੇ ਉਹ ਔਨ ਐਨ ਐਵਰੇਜ 11 ਤੋਂ 12 ਸੀ। ਉਸ ਤੋਂ ਬਾਅਦ ਜਦੋਂ ਰਿਸਟ੍ਰਿਕਸ਼ਨਸ ਲੱਗੀਆਂ, ਜਦੋਂ ਥੋੜ੍ਹੀਆਂ ਜਿਹੜੀ ਸਖਤਾਈ ਵਰਤੀ ਗਈ ਸਰਕਾਰ ਵੱਲੋਂ, ਉਸ ਤੋਂ ਬਾਅਦ ਐਵਰੇਜ ਨੰਬਰ ਆਫ ਕੌਂਟੈਕਟਸ ਘੱਟ ਕੇ ਰਹਿ ਗਿਆ 3 ਤੋਂ 4 ਵਿਅਕਤੀ। ਸੋ ਇੱਕ ਵਿਅਕਤੀ 3 ਤੋਂ 4 ਹੋਰ ਵਿਅਕਤੀਆਂ ਦੇ ਕੌਂਟੈਕਟ ਦੇ ਵਿੱਚ ਸੀਗਾ ਔਨ ਐਨ ਐਵਰੇਜ। ਤੇ ਉਹ 3 ਤੋਂ 4 ਵਿਅਕਤੀ ਵੀ ਪ੍ਰੀਜ਼ਿਊਮੇਬਲੀ ਉਹੀ ਸੀ, ਸੇਮ ਸੀ। ਯੈਸ, ਹਾਂਜੀ, ਉਹ ਬਬਲ ਜਿਹਨੂੰ ਬਬਲ ਸੀਗਾ। ਹਾਂਜੀ, ਪਰ ਹੁਣ ਵਿਜੇ ਉਹ ਜਿਹੜਾ ਐਵਰੇਜ ਨੰਬਰ ਆਫ ਕੌਂਟੈਕਟਸ ਪਰ ਪਰਸਨ ਹੈਗਾ ਉਹ ਵੱਧ ਕੇ ਹੁਣ ਅਪ ਟੂ 30 ਹੋ ਗਿਆ, 30 ਵਿਅਕਤੀ। ਸੋ ਆਲਮੋਸਟ 10 ਗੁਣਾ। ਅਤੇ ਜਿਹੜੀ ਪਹਿਲਾਂ ਮਾਡਲਿੰਗ ਫਿਗਰਸ ਜਾਰੀ ਕੀਤੇ ਗਏ ਸੀ, ਜਦੋਂ ਤੁਹਾਨੂੰ ਯਾਦ ਹੋਣਾ, ਉਹਦੇ 'ਚ ਕਿਹਾ ਗਿਆ ਸੀ ਕਿ ਜਿਹੜਾ ਹੈਗਾ ਆਪਣੀ ਕੀ ਕਹਿੰਦੇ ਉਹਨੂੰ ਇੰਟਰੈਕਸ਼ਨ, ਸੋਸ਼ਲ ਇੰਟਰੈਕਸ਼ਨ ਜੀ, ਉਹ 60% ਦੇ ਲਾਗੇ ਛਾਗੇ ਸੀ। ਅਤੇ ਜੇ ਇਸ ਤੋਂ ਜ਼ਿਆਦਾ ਵੱਧਦੀ ਹੈ ਅਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਖਤਰਾ ਹੋ ਸਕਦਾ, ਨੰਬਰ ਆਫ ਕੇਸਿਸ ਇੱਕਦਮ ਵੱਧ ਸਕਦੇ ਨੇ ਜੀ। ਅਤੇ ਹੁਣ ਜਿਹੜੇ ਮਾਡਲਿੰਗ ਫਿਗਰਸ ਜਾਰੀ ਕੀਤੇ ਗਏ ਉਹਦੇ ਵਿੱਚ ਇਹ ਗੱਲ ਸਾਫ਼ ਹੋਈ ਹੈ ਕਿ 65 ਤੋਂ 75% ਤੱਕ ਸੋਸ਼ਲ ਇੰਟਰੈਕਸ਼ਨ ਵਧੀ ਹੋਈ ਹੈ ਜੀ ਆਫ ਨਾਰਮਲ ਬਿਫੋਰ COVID-19 ਟਾਈਮਸ। ਅਤੇ ਜੇਕਰ ਵਿਜੇ ਇਹ ਨੰਬਰ 80% ਤੋਂ ਪਾਰ ਹੁੰਦਾ ਜਾਂ 80% ਹਿੱਟ ਕਰਦਾ, ਅਤੇ ਫਿਰ ਜਿਹੜਾ ਉਹ ਡਾਕਟਰ ਹੈਨਰੀ ਨੇ ਕਿਹਾ ਨਾ ਕਿ ਐਕਸਪਲੋਸਿਵ ਗਰੋਥ ਇਨ ਨੰਬਰਸ ਆਫ ਕੇਸਿਸ ਇਹ ਹੋ ਸਕਦੀ ਹੈ। ਵਾਸੂ, ਮੈਨੂੰ ਲੱਗਦਾ 80% ਕਈ ਵਾਰੀ ਪ੍ਰਤੀਤ ਹੁੰਦਾ ਆਲਰੇਡੀ ਹੋ ਚੁੱਕਾ। ਯੈਸ, ਕੱਲ੍ਹ 2 ਰੈਸਟੋਰੈਂਟਸ ਦੇ ਵਿੱਚ ਵੀ COVID-19 ਦੀ ਆਊਟਬ੍ਰੇਕ ਦੀ ਪੁਸ਼ਟੀ ਕੀਤੀ ਗਈ। ਇੱਕ ਪੋਰਟ ਕੋਕਿਟਲਮ ਦੇ ਵਿੱਚ ਅਰਲਜ਼, ਅਤੇ ਇੱਕ ਪੋਰਟ ਮੋਡੀ ਦੇ ਵਿੱਚ ਬਰਾਊਨ ਸੋਸ਼ਲ ਹਾਊਸ। ਅਤੇ ਹੁਣ ਗੱਲ ਇਹ ਹੈ ਕਿ ਕਈ ਰੈਸਟੋਰੈਂਟਸ, ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਰਿਐਕਸ਼ਨ ਆਉਣਾ ਸ਼ੁਰੂ ਹੋਇਆ। ਕਹਿੰਦੇ ਦੇਖੋ, ਜਦੋਂ ਰੈਸਟੋਰੈਂਟਸ ਵਿੱਚ ਡਾਈਨ ਇਨ ਦੀ ਇਜਾਜ਼ਤ ਦਿੱਤੀ ਗਈ ਸੀ, ਉਦੋਂ ਇੱਕ ਹਦਾਇਤ ਇਹ ਸੀ ਕਿ ਜਿਹੜੇ ਵਿਅਕਤੀ ਤੁਹਾਡੇ ਕੋਲ ਆਉਣਗੇ ਖਾਣ ਵਾਸਤੇ ਜਾਂ ਜੋ ਵੀ ਤੁਹਾਡੇ ਰੈਸਟੋਰੈਂਟ ਸਰਵਿਸਿਜ਼ ਲਈ, ਤੁਸੀਂ ਉਹਨਾਂ 'ਚੋਂ ਕਿਸੇ ਇੱਕ ਬੰਦੇ ਦਾ ਨੰਬਰ ਲੈ ਕੇ ਰੱਖੋ। ਕਹਿੰਦੇ ਨੰਬਰ ਤਾਂ ਲੈ ਕੇ ਰੱਖਿਆ ਹੀ ਨਹੀਂ ਜਾ ਰਿਹਾ, ਕਈ ਰੈਸਟੋਰੈਂਟਸ ਅਜਿਹਾ ਨਹੀਂ ਕਰ ਰਹੇ। ਸੋ ਹੁਣ ਇਹ ਗੱਲ ਨਾਲ ਚੱਲਣੀ ਸ਼ੁਰੂ ਹੋ ਗਈ ਹੈ ਵੀ ਜੇ ਹੁਣ ਇਸ ਤਰ੍ਹਾਂ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ, ਤਾਂ ਕੀ ਸਰਕਾਰ ਨੂੰ ਅਤੇ ਸਿਹਤ ਅਧਿਕਾਰੀਆਂ ਨੂੰ ਮੁੜ ਤੋਂ ਜਿਹੜੀਆਂ ਪਾਬੰਦੀਆਂ ਨੇ ਉਹ ਸਖਤ ਕਰ ਦੇਣੀਆਂ ਚਾਹੀਦੀਆਂ ਨੇ ਕਿ ਨਹੀਂ? ਅਸੀਂ ਵਾਸੂ ਸਵੇਰੇ ਆਪਣੇ ਕਨੈਕਟ FM ਦੇ ਫੇਸਬੁੱਕ ਪੇਜ 'ਤੇ ਇਹੀ ਪੋਲ ਕੁਐਸਚਨ ਪਾਇਆ ਵੀ ਕੀ COVID-19 ਦੇ ਮਾਮਲੇ ਵਧਣ ਕਾਰਨ BC ਦੀ ਸਰਕਾਰ ਨੂੰ ਮੁੜ ਪਾਬੰਦੀਆਂ ਸਖਤ ਕਰ ਦੇਣੀਆਂ ਚਾਹੀਦੀਆਂ ਨੇ? ਅਤੇ ਉਹਦੇ ਵਿੱਚ ਜਿਹੜੇ ਹੁਣ ਤੱਕ ਸਾਡੇ ਕੋਲ ਰਿਸਪੌਂਸਿਸ ਆਏ ਨੇ, 95% ਦਾ ਕਹਿਣਾ ਹੈ ਹਾਂ, ਪਾਬੰਦੀਆਂ ਸਖਤ ਕੀਤੀਆਂ ਜਾਣ। ਜਦੋਂ ਅਸੀਂ 2 ਹਫ਼ਤੇ ਪਹਿਲਾਂ ਸਵਾਲ ਪੁੱਛਿਆ ਸੀ ਵੀ ਕੀ ਮਾਸਕ ਲਾਜ਼ਮੀ ਕਰ ਦੇਣੇ ਚਾਹੀਦੇ ਨੇ, ਉਦੋਂ ਵੀ ਮੇਰੇ ਖਿਆਲ 70% ਤੋਂ ਵੱਧ ਰਿਸਪੋਂਡੈਂਟਸ ਦਾ ਇਹ ਕਹਿਣਾ ਸੀ ਕਿ ਯੈਸ, ਮਾਸਕ ਲਾਜ਼ਮੀ ਕਰ ਦਿਓ, ਨਹੀਂ ਤਾਂ ਲੋਕਾਂ ਨੇ ਮਾਸਕ ਪਾਉਣੇ ਨਹੀਂ।
ਯੈਸ, ਤੇ ਵਿਜੇ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਲੋਕ ਰਿਸਪੌਂਡ ਕਰ ਰਹੇ ਨੇ ਉਹਨਾਂ ਦੇ ਉੱਤੇ ਹੀ ਰਿਸਟ੍ਰਿਕਸ਼ਨਸ ਲੱਗਣੀਆਂ। ਯੈਸ, ਸੋ ਉਹ ਕਹਿ ਰਹੇ ਨੇ ਕਿ ਯੈਸ ਸਾਡੇ ਉੱਤੇ ਰਿਸਟ੍ਰਿਕਸ਼ਨ ਲਗਾਓ। ਇਹ ਜਿਹੜੇ ਰਿਸਪੋਂਡੈਂਟਸ ਨੇ ਦੇ ਆਰ ਨਾਟ ਸਮ ਥਰਡ ਪਾਰਟੀ। ਹਾਂ, ਕੋਈ ਇਹ ਨਹੀਂ ਹੈਗਾ ਕਿ ਇਹ ਕਿਤੇ ਹੋਰ ਰਹਿੰਦੇ ਨੇ, ਇਹ ਵੀ ਇਹ ਐਂਡ ਦੇ ਆਰ ਆਲ ਲੋਕਲ ਜਿਹੜੇ ਲਿਸਨਰਸ ਰੈਜ਼ੀਡੈਂਟਸ ਇੱਥੇ ਦੇ ਨੇ, ਉਹਨਾਂ ਦਾ ਇਹ ਕਹਿਣਾ ਕਿਉਂਕਿ COVID-19 ਦਾ ਜੇ ਇਹ ਸੈਕਿੰਡ ਵੇਵ ਜੇ ਹੋਰ ਸਟਰੋਂਗਲੀ ਆਉਂਦੀ ਆ, ਅਜੇ ਤੇ ਵਾਸੂ ਪਹਿਲੀ ਵੇਵ ਚੋਂ ਨਿਕਲ ਕੇ ਉਹਦਾ ਜਿਹੜੀ ਉਹ ਆਜ਼ਾਦੀ ਜਿਹੀ ਹੈ ਨਾ ਉਹ ਮਾਨਣ ਦੀ ਹਲੇ ਮਤਲਬ ਅਜੇ ਬਿਲਕੁਲ ਇਨੀਸ਼ੀਅਲ ਡੇਜ਼ ਨੇ ਇਹ। ਜੇ ਉਹਦੇ ਵਿੱਚ ਮਾਮਲਿਆਂ 'ਚ ਇੰਨਾ ਜ਼ਿਆਦਾ ਵਾਧਾ ਹੋ ਗਿਆ ਤਾਂ ਫਿਰ ਤੁਸੀਂ ਇਹ ਵੇਖੋ ਜਿਹੜੇ ਬਾਕੀ ਦੇ ਪਲਾਨਸ ਅਜੇ ਕਿੰਨੇ ਚਿਰਾਂ ਬਾਅਦ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਜਾਣ ਦੀ ਇਜਾਜ਼ਤ ਦੁਬਾਰਾ ਮਿਲੀ। ਨਹੀਂ ਤਾਂ ਫੈਮਿਲੀ ਵਿਜ਼ਿਟ ਨਹੀਂ ਸੀ ਕਰ ਸਕਦੀ, ਉਹ ਵੀ ਹਲੇ ਕਾਫੀ ਸਖਤ ਸ਼ਰਤਾਂ ਨੇ, ਉਹਦੇ ਤਹਿਤ ਹੀ ਜਾ ਸਕਦੇ ਨੇ। ਨਹੀਂ ਤਾਂ ਪਹਿਲਾਂ ਵੀਡੀਓ ਕਾਲ ਦੀ ਗੱਲ ਸੀ। ਜੇ ਕੇਸਿਸ ਇਸ ਤਰ੍ਹਾਂ ਫੈਲਦੇ ਰਹੇ, ਰੱਬ ਨਾ ਕਰੇ ਕਿਸੇ ਦੇ ਨਾਲ ਇਹ ਇਨਫੈਕਸ਼ਨ ਦੁਬਾਰਾ ਲੌਂਗ ਟਰਮ ਕੇਅਰ ਹੋਮ 'ਚ ਵੜ ਜਾਵੇ ਤਾਂ ਫਿਰ ਉਹਦਾ ਕੀ ਅਸਰ ਹੋ ਸਕਦਾ। ਇੱਕ ਅੰਕੜਾ ਜਿਹੜਾ ਬਹੁਤ ਚਿੰਤਾਜਨਕ ਹੈ ਕਿ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਜਿੰਨੇ ਵੀ ਲੋਕ ਇਨਫੈਕਟ ਹੋਏ, ਜਿੰਨੇ ਵੀ ਸੀਨੀਅਰਸ ਇਨਫੈਕਟ ਹੋਏ, ਉਹਨਾਂ ਵਿੱਚੋਂ ਵਿਜੇ 20% ਸੀਨੀਅਰਸ ਦੀ ਡੈਥ ਹੋ ਗਈ। ਸੋ ਇਹ ਦੋ ਅੰਕੜੇ ਨੇ ਨਾ, ਦੇਖੋ ਜਿਹੜੀਆਂ ਟੋਟਲ ਮੌਤਾਂ ਹੋਈਆਂ 80% ਮੌਤਾਂ ਲੌਂਗ ਟਰਮ ਕੇਅਰ ਹੋਮਸ 'ਚ ਹੋਈਆਂ। ਪਰ ਜਿਹੜਾ ਤੁਸੀਂ ਅੰਕੜਾ ਕਹਿ ਰਹੇ ਹੋ ਦਿਸ ਇਜ਼ ਮਤਲਬ ਇਹ ਮੇਰੇ ਖਿਆਲ ਜ਼ਿਆਦਾ ਸਰਪ੍ਰਾਈਜ਼ਿੰਗ ਹੈ ਕਿ ਜਿੰਨੀਆਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਇਨਫੈਕਸ਼ਨਸ ਹੋਈਆਂ, ਜਿਹੜੇ ਬੰਦੇ ਇਨਫੈਕਟ ਹੋ ਗਏ ਹਰ 10 ਦੇ ਵਿੱਚੋਂ 2 ਜਣਿਆਂ ਦੀ ਮੌਤ ਹੋ ਗਈ, ਜਾਂ ਹਰ 5 ਦੇ ਵਿੱਚੋਂ 5 ਦੇ ਵਿੱਚੋਂ 1 ਦੀ 20%। ਤੇ ਓਵਰਆਲ ਵਿਜੇ BC ਦੇ ਵਿੱਚ ਜਿੰਨੇ ਵੀ ਲੋਕ ਇਨਫੈਕਟ ਹੋਏ ਉਹਨਾਂ ਵਿੱਚੋਂ 6% ਲੋਕਾਂ ਦੀ ਮੌਤ ਹੋਈ ਹੈ। 6%। ਸੋ ਇਹ ਦੇਖੋ ਮਤਲਬ ਇਹ ਜਿਹੜਾ ਕੰਪੈਰੀਟਿਵ ਆ ਇੱਥੇ ਇਹ ਕਲੀਅਰ ਹੁੰਦਾ ਕਿ ਜੇ ਓਵਰਆਲ ਜਿਹੜਾ ਮੋਰਟੈਲਿਟੀ ਰੇਟ ਆ ਉਹ 6% ਆ, ਲੌਂਗ ਟਰਮ ਕੇਅਰ ਹੋਮ ਦੇ ਵਿੱਚ ਉਹੀ ਮੋਰਟੈਲਿਟੀ ਰੇਟ 20% ਆ। ਇੱਕ ਜਿਹੜੀ ਹੋਰ ਗੱਲ ਕੱਲ੍ਹ ਸਾਹਮਣੇ ਆਈ, 20 ਤੋਂ 30 ਸਾਲ ਦੀ ਉਮਰ ਵਰਗ ਵਾਲੇ ਜਿਹੜੇ ਨੰਬਰ ਆਫ ਕੇਸਿਸ ਨੇ BC 'ਚ, ਉਹਨਾਂ ਦੀ ਗਿਣਤੀ ਹੁਣ ਤਕਰੀਬਨ 42% ਹੋ ਚੁੱਕੀ ਆ। ਤੇ ਵਿਜੇ ਇੱਕ ਸਰਵੇ ਵੀ ਜਿਹੜਾ ਕੀਤਾ ਗਿਆ ਸੀ, ਯੂਅਰ ਸਟੋਰੀ ਆਵਰ ਫਿਊਚਰ ਸਰਵੇ, BC ਦੇ ਵਿੱਚ ਜਿਹੜਾ ਆਨਲਾਈਨ ਸਰਵੇ ਸੀ, ਉਹਦੇ ਨਤੀਜੇ ਵੀ ਸਾਂਝੇ ਕੀਤੇ ਗਏ। ਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ 20 ਤੋਂ 29 ਸਾਲ ਉਮਰ ਵਾਲੇ ਜਿਹੜੇ ਨੌਜਵਾਨ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ COVID-19 ਕਰਕੇ, ਮੈਂਟਲੀ, ਫਿਜ਼ੀਕਲੀ ਤੇ ਇਕਨੋਮਿਕਲੀ। ਜੀ, ਕਿਉਂਕਿ ਜਿਹੜੀਆਂ ਜੌਬਸ ਦੇ ਵਿੱਚ ਉਹ ਕੰਮ ਕਰਦੇ ਨੇ, ਜਿਹੜੀਆਂ ਇਹ ਕੋਈ ਸਰਵਿਸ ਸੈਕਟਰ ਵਾਲੀਆਂ ਜੌਬਸ ਨੇ, ਸਰਵਿਸ ਸੈਕਟਰ ਕਾਫੀ ਪ੍ਰਭਾਵਿਤ ਹੋਇਆ ਸੀ, ਸਾਨੂੰ ਹਲੇ ਵੀ ਕਾਫੀ ਹੱਦ ਤੱਕ ਅਫੈਕਟਡ ਹੈ। ਅੱਛਾ, ਫਿਰ ਇੱਕ ਹੋਰ ਗੱਲ ਸਾਹਮਣੇ ਇਹ ਵੀ ਆਈ ਹੈ ਕਿ ਹਾਊ ਵੂਮਨ ਹੈਵ ਬੀਨ ਅਫੈਕਟਡ। ਇਹ ਸਿਰਫ ਕੱਲ੍ਹ ਵਾਲੇ ਸਰਵੇ ਤੋਂ ਨਹੀਂ, ਇਸ ਤੋਂ ਪਹਿਲਾਂ ਵੀ ਕਾਫੀ ਗੱਲ ਆ ਚੁੱਕੀ ਆ ਕਿ ਜਿਹੜੀਆਂ ਜੌਬਸ ਦੇ ਵਿੱਚ ਫੀਮੇਲਸ ਕੰਮ ਕਰਦੀਆਂ ਨੇ, ਉਹ ਜੌਬਸ ਜਾਂ ਤਾਂ ਹਲੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀਆਂ। ਹੁਣ ਉਹਨਾਂ ਦਾ ਫਰਦਰ ਬੈਕ ਟੂ ਵਰਕ ਇਸ ਗੱਲ ਦੇ ਉੱਪਰ ਡਿਪੈਂਡ ਕਰਦਾ ਕਿ ਸਕੂਲ ਰੀਓਪਨਿੰਗ ਦਾ ਪਲਾਨ ਕੀ ਹੋਣਾ। ਸਕੂਲ ਰੀਓਪਨਿੰਗ ਦਾ ਪਲਾਨ 2 ਹਫ਼ਤਿਆਂ ਤੱਕ ਮੇ ਵੀ ਜਾਰੀ ਕੀਤਾ ਜਾਵੇ, ਪਰ ਜੇ COVID-19 ਦੇ ਮਾਮਲੇ ਇਸੇ ਤਰ੍ਹਾਂ ਵੱਧਦੇ ਰਹੇ, ਜੇ ਇਹਨਾਂ ਦੇ ਵਿੱਚ ਆ ਵਾਧਾ ਹੁੰਦਾ, ਜਿੰਨੇ ਸਾਰੇ ਦੇ ਸਾਰੇ ਪਲਾਨ ਇਸ ਵੇਲੇ ਇੰਪਲੀਮੈਂਟ ਹੋਏ ਨੇ, ਪਾਰਸ਼ਲੀ ਇੰਪਲੀਮੈਂਟ ਹੋਏ ਨੇ, ਜਾਂ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਦੀ ਤਿਆਰੀ ਚੱਲ ਰਹੀ, ਜਿਨ੍ਹਾਂ ਬਾਰੇ ਸੋਚਿਆ ਜਾ ਰਿਹਾ, ਸਭ ਕੁਝ ਧਰਿਆ ਰਹਿ ਜਾਣਾ। ਫਿਰ ਹੋ ਸਕਦਾ ਕਿ ਵਾਪਸ ਯੂ ਟਰਨ ਲੈਣਾ ਪਏ ਬੈਕ ਟੂ ਦੈਟ ਟਾਈਮ, ਜਦੋਂ ਕਿ ਕਾਫੀ ਸਖਤ ਬੰਦਸ਼ਾਂ ਤੇ ਨਹੀਂ ਸੀ ਪਰ ਉਹ ਹਦਾਇਤਾਂ ਸੀ। ਤੇ ਵਿਜੇ ਬਾਰ-ਬਾਰ ਇਕੋਨੋਮਿਸਟ ਕਹਿ ਚੁੱਕੇ ਹੈ ਕਿ ਸਾਡੀ ਇਕੋਨਮੀ ਹੁਣ ਅਫੋਰਡ ਨਹੀਂ ਕਰੇਗੀ ਕਿ ਜੇ ਦੂਸਰੀ ਵਾਰ ਜੇ ਕਲੋਜ਼ਰ ਕਰਨਾ ਪਿਆ, ਜੇ ਇਕੋਨਮੀ ਬੰਦ ਕਰਨੀ ਪਈ, ਜੇ ਸਾਰੇ ਰਿਟੇਲ ਆਊਟਲੈਟਸ ਬੰਦ ਕਰਨੇ ਪਏ, ਤਾਂ ਇਕੋਨਮੀ ਨੇ ਸਰਵਾਈਵ ਨਹੀਂ ਕਰਨਾ। ਤੇ ਇਹ ਡਾਕਟਰ ਬੌਨੀ ਹੈਨਰੀ ਨੂੰ ਵੀ ਪੁੱਛਿਆ ਗਿਆ ਕਿ ਕੀ ਹੁਣ ਸਭ ਕੁਝ ਦੁਬਾਰਾ ਬੰਦ ਕਰਨ ਬਾਰੇ ਸੋਚਣਾ ਚਾਹੀਦਾ। ਉਹ ਕਹਿੰਦੇ ਫਿਲਹਾਲ ਉਹ ਮੂਮੈਂਟ ਨਹੀਂ ਆਈ। ਕਹਿੰਦੇ ਕਿ ਅਜੇ ਬੰਦ ਕਰਨ ਦੀ ਲੋੜ ਨਹੀਂ, ਪਰ ਕਹਿੰਦੇ ਹੁਣ ਸਾਨੂੰ ਹੋਰ ਅਗਰੈਸਿਵਲੀ ਸੋਚਣਾ ਪੈਣਾ ਕਿ ਲੋਕਾਂ ਨੂੰ ਕਿਵੇਂ ਅਸੀਂ ਹੋਰ ਇਨਕਰੇਜ ਕਰੀਏ ਕਿ ਉਹ ਜਿਹੜੀਆਂ ਸਾਰੀਆਂ ਹਦਾਇਤਾਂ ਹੈਗੀਆਂ ਉਹਨਾਂ ਦੀ ਪਾਲਣਾ ਕਰਨ। ਕਿ ਇਸ ਬਾਰੇ ਸੋਚੀਏ, ਕਹਿੰਦੇ ਕਿ ਹੁਣ ਕਿ ਸਪੇਸਿਸ ਕਿਵੇਂ ਹੋਰ ਵੈਂਟੀਲੇਟ ਕੀਤੀਆਂ ਜਾਣ, ਲੋਕਾਂ ਦੇ ਵਿੱਚ ਜਿਹੜੀ ਡਿਸਟੈਂਸਿੰਗ ਆ ਉਹ ਕਿਵੇਂ ਵਧਾਈ ਜਾਵੇ। ਪਰ ਕਹਿੰਦੇ ਕਿ ਇਕੋਨਮੀ ਨੂੰ ਬੰਦ ਕਰਨ ਬਾਰੇ ਅਜੇ ਨਹੀਂ, ਕਹਿੰਦੇ ਫਿਲਹਾਲ ਅਸੀਂ ਸੋਚ ਰਹੇ। ਜੀ, ਸੋ ਵਾਸੂ ਹੁਣ ਗੱਲ ਇਹ ਹੈ ਕਿ ਲੋਕਾਂ ਦੀ ਜਿਹੜੀ ਰਾਏ ਹੈ ਨਾ, ਬਹੁਤ ਸਾਰੇ ਵਿਅਕਤੀ ਜਿਹੜੇ ਬਾਹਰ ਘੁੰਮਦੇ ਫਿਰਦੇ ਨੇ, ਦੇਖਦੇ ਨੇ ਪਾਰਕਸ ਦੇ ਵਿੱਚ ਕੀ ਸਿਚੁਏਸ਼ਨ ਬਣੀ ਹੋਈ ਆ, ਗਰੋਸਰੀ ਸਟੋਰਸ ਦੇ ਵਿੱਚ ਕੀ ਸਿਚੁਏਸ਼ਨ ਬਣੀ ਆ। ਕਈ ਸਟੋਰਸ ਦੇ ਵਿੱਚ ਜਿਹੜੇ ਸੋਸ਼ਲ ਫਿਜ਼ੀਕਲ ਡਿਸਟੈਂਸਿੰਗ ਆ, ਜਾਂ ਜਿਹੜੀ ਅਦਰਵਾਈਜ਼ ਇੱਕ ਨੰਬਰ ਆਫ ਪੀਪਲ ਇਨ ਦ ਸਟੋਰ, ਉਹ ਵੀ ਤੇ ਹਲੇ ਉਹ ਜਿਹੜੀ ਬੰਦਸ਼ ਹੈ ਉਹ ਹਟੀ ਨਹੀਂ ਕਿ ਵੱਧ ਤੋਂ ਵੱਧ 50 ਵਿਅਕਤੀ ਹੋ ਸਕਦੇ ਨੇ। ਉਹ ਵੀ ਤਾਂ ਜੇ ਤੁਹਾਡੇ ਜਿਹੜਾ ਬਿਜ਼ਨਸ ਪ੍ਰੈਮਿਸਿਸ ਹੈ, ਤੁਹਾਡਾ ਸਟੋਰ ਹੈ, ਇੰਨੀ ਥਾਂ ਉੱਥੇ ਹੁੰਦੀ ਹੈ ਕਿ ਲੋਕੀ ਫਿਜ਼ੀਕਲੀ ਆਪਣਾ ਉਹ ਜਿਹੜਾ ਫਾਸਲਾ ਬਰਕਰਾਰ ਰੱਖ ਸਕਣ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਕਈ ਸਟੋਰਸ ਅਜਿਹੇ ਨੇ ਜਿਹੜੇ ਕਿ ਇਸ ਜਿਹੜੀ ਹਦਾਇਤ ਆ ਉਹਦੀ ਪਾਲਣਾ ਨਹੀਂ ਕਰਦੇ ਪਏ। ਵਿਜੇ ਇਹ ਤਾਂ ਹੈਗੀ ਗੱਲ ਇਨਡੋਰ ਸਪੇਸਿਸ ਦੀ, ਪਰ ਆਊਟਡੋਰ ਸਪੇਸਿਸ ਦੇ ਵਿੱਚ ਸਰਕਾਰ ਆਪ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਜਾਓ, ਬਾਹਰ ਜਾਓ, ਤੁਸੀਂ ਐਟਲੀਸਟ BC ਦੇ ਵਿੱਚ ਤਾਂ ਤੁਸੀਂ ਖੁੱਲ੍ਹ ਕੇ ਘੁੰਮੋ ਫਿਰੋ ਤਾਂ ਕਿ ਜਿਹੜੀ BC ਦੀ ਟੂਰਿਜ਼ਮ ਇਕੋਨਮੀ ਆ ਉਹ ਚੱਲੇ। ਪਰ ਵਿਜੇ ਵੀਕਐਂਡ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ 2 ਪ੍ਰੋਵਿੰਸ਼ੀਅਲ ਪਾਰਕਸ ਜਿਹੜੇ ਹੈਗੇ ਆ, ਬੈਲਕਾਰਾ ਨੈਸ਼ਨਲ ਪ੍ਰੋਵਿੰਸ਼ੀਅਲ ਪਾਰਕ
ਤੇ ਨਾਲ ਹੀ ਗੋਲਡਨ ਈਅਰਸ ਜੀ ਪਾਰਕ, ਦੋਵਾਂ ਦੇ ਵਿੱਚ ਦੋਵਾਂ ਦੀ ਪਾਰਕਿੰਗ ਜਿਹੜੀ ਸੀਗੀ ਉਹ ਬਿਲਕੁਲ ਫੁੱਲ ਹੋ ਗਈ, ਓਵਰਫਲੋ ਹੋ ਗਈ। ਤੇ ਈਵਨ ਆਈ ਵੈਂਟ ਟੂ ਵਨ ਆਫ ਦੋਜ਼ ਪਾਰਕਸ। ਉੱਥੇ ਜਾ ਕੇ ਵਿਜੇ ਲੱਗਦਾ ਹੀ ਨਹੀਂ ਕਿ ਕਦੀ COVID-19 ਆਇਆ ਸੀ। ਤੇ ਜਿਹੜੀਆਂ ਉੱਥੇ ਟ੍ਰੇਲਸ ਹੈਗੀਆਂ ਬਹੁਤ ਭੀੜੀਆਂ ਨੇ ਤੇ ਲੋਕ ਆ ਵੀ ਰਹੇ ਨੇ। ਉੱਥੇ ਹੋਣਾ ਚਾਹੀਦਾ ਟ੍ਰੈਫਿਕ ਵਨ ਵੇ, ਪਰ ਉਹ ਵਨ ਵੇ ਕੀਤਾ ਨਹੀਂ ਗਿਆ, ਪੋਸੀਬਲ ਨਹੀਂ ਹੈਗਾ, ਫਿਜ਼ੀਬਲ ਨਹੀਂ ਗਾ। ਤੇ ਲੋਕ ਜਦੋਂ ਉੱਥੇ ਜਾ ਰਹੇ ਨੇ ਤੇ ਭਾਵੇਂ ਉਹ ਆਊਟਡੋਰ ਸਪੇਸਿਸ ਆ, ਭਾਵੇਂ ਉੱਥੇ ਡਾਕਟਰ ਬੌਨੀ ਹੈਨਰੀ ਕਹਿ ਚੁੱਕੇ ਆ ਕਿ ਆਊਟਡੋਰ ਸਪੇਸਿਸ ਦੇ ਵਿੱਚ ਇਨਫੈਕਸ਼ਨ ਦਾ ਜਿਹੜਾ ਖਤਰਾ ਕਾਫੀ ਘੱਟ ਹੈ, ਪਰ ਇਹਨੂੰ ਬਿਲਕੁਲ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਵੀ ਚਾਂਸ ਹੈਗਾ ਕਿਉਂਕਿ ਰਸ਼ ਬਹੁਤ ਪੈ ਰਿਹਾ ਪ੍ਰੋਵਿੰਸ਼ੀਅਲ ਪਾਰਕਸ ਦੇ ਵਿੱਚ। ਤੇ ਹੁਣ ਗੱਲ ਇਹ ਹੈ ਵਾਸੂ ਕਿ ਜਿਹੜੇ ਨੰਬਰ ਆਫ ਐਕਟਿਵ ਕੇਸਿਸ ਨੇ ਸੂਬੇ ਦੇ ਵਿੱਚ, ਜਿਹੜੀ ਗਿਣਤੀ ਪਹਿਲਾਂ 200 ਥੱਲੇ ਆ ਗਈ ਸੀ, ਹੁਣ 253 ਐਕਟਿਵ ਮਾਮਲੇ ਨੇ। ਹਸਪਤਾਲ 'ਚ ਅਜੇ ਵੀ 16 ਜਣੇ ਹੀ ਨੇ, 4 ਜਣੇ ICU 'ਚ ਨੇ। ਤੇ ਜਿਹੜਾ ਹੁਣ ਅੱਛਾ ਆਰ ਵੈਲਿਊ, ਜਿਹੜੀ ਕਿ ਡਿਜ਼ੀਜ਼ ਦਾ ਰੈਪਲੀਕੇਟ ਕਰਨ ਦਾ ਰੇਟ ਕੀ ਆ, ਉਹ ਹੁਣ 1 ਤੋਂ ਉੱਪਰ ਹੋ ਚੁੱਕਾ। ਜਿਹੜੀ ਆਰ ਵੈਲਿਊ ਦੀ ਬੇਸਿਕ ਡੈਫੀਨੇਸ਼ਨ ਆ ਉਹ ਇਹ ਹੈ ਕਿ ਹਰ ਵਿਅਕਤੀ ਤੋਂ ਔਨ ਐਨ ਐਵਰੇਜ ਹਰ ਰੋਜ਼ ਕਿੰਨੇ ਵਿਅਕਤੀ ਇਨਫੈਕਟ ਹੋ ਸਕਦੇ ਨੇ। ਦੈਟ ਇਜ਼ ਦੀ ਆਰ ਵੈਲਿਊ। ਸੋ ਹਰ ਰੋਜ਼ ਇੱਕ ਵਿਅਕਤੀ ਤੋਂ ਹਾਲ ਦੀ ਘੜੀ 1 ਤੋਂ ਵੱਧ ਬੰਦਾ ਇਨਫੈਕਟ ਹੋ ਸਕਦਾ, ਪੋਟੈਂਸ਼ੀਅਲ ਇਹ ਹੈ। ਤੇ ਇੱਕ ਬੰਦੇ ਤੋਂ ਦੂਜਾ ਇਨਫੈਕਟ ਕਦੋਂ ਹੁੰਦਾ? ਜਦੋਂ ਤੁਹਾਡੀ ਆਪਸੀ ਇੰਟਰੈਕਸ਼ਨ ਵਧੀ ਹੋਈ ਹੈ। ਤਾਈਓ ਜਿਹੜਾ ਪਹਿਲਾਂ ਰਿਸਟ੍ਰਿਕਸ਼ਨ ਲਾਈ ਹੋਈ ਸੀ ਜਾਂ ਕਿਹਾ ਸੀ ਵੀ ਤੁਸੀਂ ਘਰ ਦੇ ਵਿੱਚ ਹੀ ਰਹੋ, ਇਸੇ ਕਰਕੇ ਆ ਜਿਹੜੀ ਕਰਵ ਸੀ ਇਹ ਬੈਂਡ ਹੋ ਗਈ ਸੀ, ਫਲੈਟ ਹੋਈ ਫਿਰ ਬੈਂਡ ਹੋਈ, ਪਰ ਹੁਣ ਦੁਬਾਰਾ ਤੋਂ ਅਪਸਵਿੰਗ ਦੇਖਿਆ ਜਾ ਰਿਹਾ। ਬਿਲਕੁਲ। ਤੇ ਵਿਜੇ ਜੇ ਬਰੀਫਲੀ ਆਪਾਂ ਗੱਲ ਕਰੀਏ, ਜਿਹੜਾ ਸਰਵੇ ਉਹਦੇ ਦੇ ਵਿੱਚੋਂ ਜੋ ਡੇਟਾ ਸਾਹਮਣੇ ਆਇਆ ਉਹ ਵੀ ਕੱਲ ਸਾਂਝਾ ਕੀਤਾ ਗਿਆ। 70% ਜਿਹੜੇ ਸਰਵੇ ਜਿਨ੍ਹਾਂ ਨੇ ਭਰਿਆ ਉਹਨਾਂ ਵਿੱਚੋਂ 70% ਲੋਕ ਜਿਹੜੇ ਵਿਅਕਤੀ ਉਹ ਵਿਮਨ, ਦੇਵਰ ਵਿਮਨ। ਤੇ ਉਹਨਾਂ ਦਾ 3,94,382 ਬ੍ਰਿਟਿਸ਼ ਕੋਲੰਬੀਅਨਸ ਨੇ ਸਰਵੇ ਭਰਿਆ। ਉਹਨਾਂ ਦੇ ਵਿੱਚੋਂ 36% ਦਾ ਇਹ ਕਹਿਣਾ, 36% ਯੰਗ ਪੀਪਲ, ਉਹਨਾਂ ਦਾ ਇਹ ਕਹਿਣਾ ਕਿ ਬਿਕਾਜ਼ ਆਫ COVID-19 ਸਾਡੀ ਐਲਕੋਹਲ ਕੰਜ਼ੰਪਸ਼ਨ ਵੱਧ ਗਈ। ਹਾਂ, ਲੋਕ ਘਰਾਂ 'ਚ ਬੈਠੇ ਨੇ, ਮੈਂਟਲੀ ਡਿਪਰੈਸਡ ਨੇ, ਇਸ ਕਰਕੇ ਕਹਿੰਦੇ ਐਲਕੋਹਲ ਕੰਜ਼ੰਪਸ਼ਨ ਜਿਹੜੀ ਆ 36% ਅਮੰਗ ਯੂਥ ਇਹ ਵਧੀਆ। ਤੇ ਓਵਰਆਲ 28% ਬ੍ਰਿਟਿਸ਼ ਕੋਲੰਬੀਅਨਸ ਦਾ ਕਹਿਣਾ ਕਿ ਅਸੀਂ ਪਹਿਲਾਂ ਨਾਲੋਂ ਵੱਧ ਸ਼ਰਾਬ ਪੀਣ ਲੱਗ ਪਏ ਹਾਂ। ਬਸ ਦੇਖੋ, ਇੱਕ ਤੇ ਐਲਕੋਹਲ ਕੰਜ਼ੰਪਸ਼ਨ ਦਾ ਇਹ ਅੰਕੜਾ, ਹੁਣ ਜੇ ਆਪਾਂ ਇਹ ਵੇਖੀਏ ਕਿ ਡਰੱਗ ਓਵਰਡੋਜ਼ ਦੀ ਜੋ ਸਿਚੁਏਸ਼ਨ ਬਣੀ ਹੋਈ ਹੈ, ਉਹ ਮੌਤਾਂ ਦੇ ਵਿੱਚ ਵੀ ਬਿਕੋਜ਼ ਆਫ COVID-19 ਵਾਧਾ ਹੋਇਆ। ਉਹਦੇ ਮਲਟੀਪਲ ਫੈਕਟਰਸ ਨੇ, ਅਸੀਂ ਬੀਤੇ ਦਿਨਾਂ 'ਚ ਕਾਫੀ ਉਹ ਡਿਸਕਸ਼ਨ ਕਰ ਚੁੱਕੇ ਹਾਂ। ਪਰ ਇਹ ਜਿਹੜੇ ਸਾਰੇ ਰੁਝਾਨ ਨੇ ਇਹ ਕਾਫੀ ਚਿੰਤਾਜਨਕ ਨੇ। ਤੇ ਜਿੰਨੀ ਜ਼ਿਆਦਾ ਦੇਰ ਤੱਕ ਜੇ ਆਹ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ, ਗੱਲ ਦੁਬਾਰਾ ਮੁੜ ਕੇ ਉੱਥੇ ਆਉਂਦੀ ਹੈ ਕਿ ਜਿਹੜੀ ਆਪਣੀ ਜ਼ਿੰਮੇਵਾਰੀ ਆ ਉਹਨੂੰ ਜ਼ਰੂਰ ਸਮਝੀਏ। ਜਿਹੜੇ ਆਹ ਕੁਝ ਬੰਦਸ਼ਾਂ ਹਦਾਇਤਾਂ ਦੇ ਰੂਪ ਵਿੱਚ ਦੱਸੀਆਂ ਗਈਆਂ ਨੇ, ਉਹਨਾਂ ਦੀ ਪਾਲਣਾ ਕਰੀਏ। ਬਿਲਕੁਲ। ਵਿੱਚ ਜਿੱਥੇ ਆਉਂਦੀ ਹੈ ਆਪਣੀ ਰਿਸਪੌਂਸਿਬਿਲਿਟੀ ਸਮਝਣ ਦੀ ਗੱਲ। ਇਸ ਸਰਵੇ ਦੇ ਵਿੱਚ ਇੱਕ ਕੁਐਸਚਨ ਸੀਗਾ ਕਿ ਜੇ ਤੁਸੀਂ ਬਿਮਾਰ ਹੁੰਦੇ ਹੋ, ਕੀ ਤੁਹਾਡੇ ਗੁੰਜਾਇਸ਼ ਹੈਗੀ ਕਿ ਤੁਸੀਂ ਆਪਣੇ ਘਰ ਰਹਿ ਸਕੋ? 80% ਲੋਕਾਂ ਨੇ ਕਿਹਾ ਯੈਸ, ਵੀ ਕੈਨ ਸਟੇ ਹੋਮ ਇਫ ਵੀ ਆਰ ਸਿਕ। ਪਰ 67% ਲੋਕਾਂ ਨੇ ਹੀ ਕਿਹਾ ਕਿ ਅਸੀਂ ਐਕਚੁਅਲ ਦੇ ਵਿੱਚ ਸਿੱਖ ਹੋਣ ਤੋਂ ਬਾਅਦ ਘਰ ਰਹਿ ਰਹੇ ਹਾਂ। So there is a discrepancy there. ਤੇ ਹਾਂ, ਇੱਕ ਗੱਲ ਇਹ ਵੀ ਹੈ ਕਿ ਲੋਕਾਂ ਨੇ ਆਪਣੇ ਬਾਰੇ ਹੀ ਆਪ ਦੱਸਿਆ। ਜਦੋਂ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਕਿ ਕੀ ਤੁਸੀਂ ਇਦਾਂ ਕਰੋਗੇ, ਦੇ ਵਿਲ ਆਬਵੀਅਸਲੀ ਸੇ ਯੈਸ। ਆਪਣੇ ਆਪ ਨੂੰ ਕੋਈ ਮਾੜਾ ਨਹੀਂ ਕਹਿੰਦਾ। ਆਪਾਂ ਬਸ ਹਮੇਸ਼ਾ ਇਹ ਗੱਲ ਕਰਦੇ ਹਾਂ ਨਾ ਵੀ ਕੀ ਤੁਸੀਂ ਸਾਰਾ ਕੁਝ ਠੀਕ ਕਰ ਰਹੇ ਹੋ? ਹਾਂ। ਕੀ ਦੂਜੇ ਸਾਰਾ ਕੁਝ ਠੀਕ ਕਰ ਰਹੇ ਨੇ? ਫਿਰ ਉਹਦੇ ਵਿੱਚ ਜਵਾਬ ਹੁੰਦਾ ਕਿ ਨਹੀਂ, ਵੀ ਦੂਜਿਆਂ ਦੀ ਗਲਤੀ ਹੈ, ਮੈਂ ਤੇ ਠੀਕ ਕਰ ਰਿਹਾ। ਤੇ 33% ਬ੍ਰਿਟਿਸ਼ ਕੋਲੰਬੀਅਨਸ ਨੇ ਵਿਜੇ ਕਿਹਾ ਕਿ ਉਹਨਾਂ ਨੂੰ ਹੈਲਥ ਕੇਅਰ ਐਕਸੈਸ ਕਰਨ ਦੇ ਵਿੱਚ ਦਿੱਕਤ ਆਈ ਬਿਕਾਜ਼ ਆਫ COVID-19। ਕਿਉਂਕਿ ਹਸਪੀਟਲਸ ਦੇ ਵਿੱਚ ਜਾਣਾ, ਜਿਹੜਾ ਕਈਆਂ ਦੀ ਸਰਜਰੀਜ਼ ਡਿਲੇ ਹੋ ਗਈਆਂ ਸੀ ਤੇ ਜਿਹੜੇ ਨੌਨ ਅਰਜੈਂਟ ਪ੍ਰੋਸੀਜਰ ਸੀਗੇ ਉਹ ਡਿਲੇ ਹੋ ਗਏ ਸੀ। ਸੋ 33% ਬ੍ਰਿਟਿਸ਼ ਕੋਲੰਬੀਅਨਸ ਨੇ ਕਿਹਾ ਕਿ ਹੈਲਥ ਕੇਅਰ ਦੇ ਵਿੱਚ ਸਾਨੂੰ ਦਿੱਕਤ ਆਈ ਹੈ। ਤੇ 15% ਬ੍ਰਿਟਿਸ਼ ਕੋਲੰਬੀਅਨਸ ਉਹਨਾਂ ਦੀ ਜੌਬ ਜਾਂਦੀ ਰਹੀ ਬਿਕਾਜ਼ ਆਫ COVID-19। 15% ਆਫ ਜਿਨ੍ਹਾਂ ਨੇ ਇਹ ਸਰਵੇ ਭਰਿਆ ਸੀ। ਜੀ ਅੱਛਾ, ਹੁਣ ਇਹ ਵਾਸੂ ਜਿੱਥੇ BC ਦੇ ਅੰਕੜੇ ਬਹੁਤ ਇੰਪੋਰਟੈਂਟ ਨੇ ਕਿ 102 ਨਵੇਂ ਮਾਮਲੇ ਇਹ 72 ਘੰਟਿਆਂ 'ਚ ਦਰਜ ਹੋਏ। ਸੇਮ ਪੀਰੀਅਡ ਦੇ ਵਿੱਚ ਹੀ ਐਲਬਰਟਾ ਦੇ ਵਿੱਚ 368 ਨਵੇਂ ਮਾਮਲੇ ਆਏ ਨੇ। ਐਲਬਰਟਾ ਦੇ ਵਿੱਚ ਹੋ ਰਿਹਾ ਵਾਧਾ BC ਵਾਸਤੇ ਕਾਫੀ ਚਿੰਤਾਜਨਕ ਹੈ, ਕਿਉਂਕਿ ਬਿਟਵੀਨ ਦ ਪ੍ਰੋਵਿੰਸਿਸ ਟਰੈਵਲ ਅਜੇ ਖੁੱਲ੍ਹਾ, ਲੋਕੀ ਆ ਜਾ ਰਹੇ ਨੇ। ਤੇ ਐਲਬਰਟਾ ਦੇ ਵਿੱਚ ਜਿਹੜੀ ਟੈਸਟਿੰਗ ਕੈਪੈਸਿਟੀ ਆ, ਅਜਿਹਾ ਸੂਬਾ ਸੀ ਜਿਨ੍ਹਾਂ ਨੇ ਟੈਸਟਿੰਗ ਕਾਫੀ ਵਿਸਥਾਰਤ ਢੰਗ ਨਾਲ ਕੀਤੀ ਸੀ। ਕਹਿੰਦੇ ਸਾਡੀ ਟੈਸਟਿੰਗ ਕੈਪੈਸਿਟੀ ਓਵਰਵੈਲਮ ਹੋਈ ਜਾਂਦੀ ਆ। ਤੇ ਐਲਬਰਟਾ 'ਚ 1109 ਐਕਟਿਵ ਮਾਮਲੇ ਨੇ। ਤੇ ਕੰਟੈਕਟ ਟ੍ਰੇਸਰਸ ਦਾ ਕੰਮ BC ਦੇ ਵਿੱਚ ਵੀ ਤੇ ਐਲਬਰਟਾ ਦੇ ਵਿੱਚ ਵੀ ਦਿਨ ਬ ਦਿਨ ਔਖਾ ਹੋਈ ਜਾਂਦਾ। ਜਿਉਂ-ਜਿਉਂ ਮਾਮਲੇ ਵਧਣਗੇ, ਕੰਟੈਕਟ ਟ੍ਰੇਸਿੰਗ ਦਾ ਕੰਮ ਹੋਰ ਔਖਾ ਹੋਇਆ ਜਾਣਾ। ਐਪ ਅਜੇ ਤੱਕ ਨਹੀਂ ਆਈ। ਬਿਲਕੁਲ। ਤੇ ਇੱਕ ਗੱਲ ਜ਼ਰੂਰ ਹੈ ਕਿ BC ਦੇ ਵਿੱਚ ਵੀ ਜੇ ਇਹਨਾਂ 72 ਘੰਟਿਆਂ 'ਚ ਕੋਈ ਨਵੀਂ ਡੈਥ ਨਹੀਂ ਰਿਪੋਰਟ ਹੋਈ। ਇਹ ਜ਼ਰੂਰੀ ਹੈ। ਐਲਬਰਟਾ ਦੇ ਵਿੱਚ ਮੇਰੇ ਖਿਆਲ 3 ਡੈਥਸ ਰਿਪੋਰਟ ਹੋਈਆਂ ਡਿਊਰਿੰਗ ਦੈਟ ਪੀਰੀਅਡ। ਤੇ ਉਸ ਪਾਸਿਓਂ ਥੋੜ੍ਹਾ ਜਿਹਾ ਬਚਾਅ ਹੈਗਾ, ਪਰ ਇਹ ਕਿੰਨੀ ਦੇਰ ਤੱਕ ਰਹੇਗਾ ਇਹ ਬਚਾਅ? ਜੇ ਕੇਸਿਸ ਦੀ ਸੰਖਿਆ ਐਵੇਂ ਵੱਧਦੀ ਰਹੀ ਤੇ ਫਿਰ ਡੈਥਸ ਵੀ ਵਧਣਗੀਆਂ। ਬਸ ਉਹ ਜਦੋਂ ਤੱਕ 10 ਮਾਮਲੇ ਆਏ, 12 ਆਏ, 15 ਆਏ, 20 ਆਏ, 25 ਆਏ, ਕੰਟੈਕਟ ਟ੍ਰੇਸਿੰਗ ਸੌਖੀ ਆ।
ਜਦੋਂ ਇਹਦੇ ਵਿੱਚ ਇਸ ਹਿਸਾਬ ਨਾਲ ਗਿਣਤੀ ਹੋ ਗਈ ਕੰਟੈਕਟ ਟ੍ਰੇਸਿੰਗ ਬਹੁਤ ਮੁਸ਼ਕਲ ਹੋ ਜਾਣੀ ਆ। ਆਲਰੇਡੀ ਦੈਟ ਸਿਸਟਮ ਇਜ਼ ਗੈਟਿੰਗ ਓਵਰਵੈਲਮਡ ਅਤੇ ਫੈਡਰਲ ਸਰਕਾਰ ਵੱਲੋਂ ਜਿਹੜੀ ਨੈਸ਼ਨਲ ਐਪ ਲਾਂਚ ਕੀਤੀ ਜਾਣੀ ਸੀ ਉਹ ਜੁਲਾਈ ਦੇ ਵੀ ਅਸੀਂ ਹੁਣ ਤੀਜਾ ਹਫ਼ਤਾ ਵੀ ਲੰਘ ਚੁੱਕਿਆ ਅਤੇ ਐਪ ਦਾ ਕੋਈ ਨਾਮੋ ਨਿਸ਼ਾਨ ਨਹੀਂ ਅਜੇ ਤੱਕ। ਬਿਲਕੁਲ।